एक दिन पहले यानी कि 10 जनवरी को हमारी ओर से एक खुलासा किया गया था कि आयुष्मान घोटाले के तहत मरीजों को कैसे अस्पतालों में भर्ती किया जाता है और किस तरह उनका बिल बनाकर पास होने के लिए भेज दिया जाता है। ऐसे कई अस्पताल हैं जिन्होंने लाखों रुपए कमाए हैं। एक ऐसा ही अस्पताल था मनु अरोड़ा अस्पताल, जिसने अपनी पत्नी का ही कार्ड बनवा रखा था और अस्पताल में दाखिल करा। आज इसी को लेकर इंडियन मेडिकल एसोसिएशन की ओर से एक हंगामी बैठक बुलाई गई है। इनका कहना है कि इससे डॉक्टर प्रोफेशन की बदनामी हो रही है। हमारे साथ हैं इंडियन मेडिकल एसोसिएशन के प्रदेश अध्यक्ष डॉक्टर के.डी. अरोड़ा, इनसे बात कर रहे हैं। डॉक्टर साहब, आज क्यों मीटिंग बुलाई गई तुझे? ਅੱਜ ਦੀ ਮੀਟਿੰਗ ਅਸੀਂ ਇੱਕ YouTube ਚੈਨਲ ਹੈ ਤੁਹਾਡੀ, ਜਿਹਦੇ ਉੱਤੇ ਇੱਕ ਖੁਲਾਸਾ ਕੀਤਾ ਗਿਆ ਹੈ ਵੀ ਕੁਝ ਡਾਕਟਰ ਗਲਤ ਤਰੀਕੇ ਨਾਲ ਆਯੁਸ਼ਮਾਨ ਭਾਰਤ ਸਕੀਮ ਦਾ ਇਸਤੇਮਾਲ ਕਰਕੇ ਸਰਕਾਰ ਨੂੰ ਚੂਨਾ ਲਾ ਰਹੇ ਨੇ। YouTube ਚੈਨਲ ਕਿਹੜਾ ਜੀ? ਉਹ ਸਾਡਾ ਹੀ ਹੈ ਮੇਰਾ ਖਿਆਲ। D4 ਜਿਹੜੀ ਕਿ ਤੁਹਾਡੀ ਆਪਣੀ ਚੈਨਲ ਹੈ। D4U ਨਿਊਜ਼ ਨੇ ਖੁਲਾਸਾ ਕੀਤਾ ਸੀਗਾ, ਉਸ ਕਰਕੇ ਮੀਟਿੰਗ ਬੁਲਾਈ ਗਈ ਹੈ। ਹਾਂਜੀ, ਉਸੇ ਕਰਕੇ ਮੀਟਿੰਗ ਬੁਲਾਈ ਗਈ ਹੈ ਸਾਡੀ IMA ਐਗਜ਼ੈਕਟਿਵ ਦੀ। ਤੇ ਕੀ ਮੀਟਿੰਗ 'ਚ ਕੀ ਫੈਸਲਾ ਲਿਆ ਸਰ? ਮੀਟਿੰਗ 'ਚ ਪਹਿਲੇ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ, ਇਹ ਜਿਹੜੇ ਤੁਸੀਂ ਨਰਸਿੰਗ ਹੋਮਸ ਦੇ ਨਾਂ ਲਏ ਨੇ ਨਾ, ਇਹਨਾਂ ਦੇ ਵਿੱਚੋਂ ਨਾ ਤੇ 3 ਨਰਸਿੰਗ ਹੋਮ ਜਿਹੜੇ ਸਾਡੇ ਬਿਲਕੁਲ ਮੈਂਬਰ ਹੈ ਹੀ ਨਹੀਂ, ਤੇ ਨਾ ਹੀ ਉਹ ਕੁਆਲੀਫਾਈਡ ਬੰਦਿਆਂ ਨਾਲ ਡਾਕਟਰਾਂ ਵੱਲੋਂ ਚਲਾਏ ਜਾ ਰਹੇ ਨੇ। ਕਿਹੜੇ ਨੇ 3 ਨਰਸਿੰਗ ਹੋਮ? ਇੱਕ ਮਨੂ ਅਰੋੜਾ, ਤੇ ਦੂਸਰਾ ਹੈਗਾ ਨਿਊ ਲਾਈਫ ਹਸਪੀਟਲ, ਤੇ ਤੀਸਰਾ ਸ਼ਾਇਦ ਵਰਮਾ ਹਸਪੀਟਲ। ਠੀਕ ਹੈ, ਹੁਣ ਇਹ ਲੋਕ ਜਿਹੜੇ ਨੇ ਇਹ ਸੁਰੈਪਸ਼ੀਅਸਲੀ ਚੋਰੀ ਛਿਪੇ ਆਪਣੇ ਆਪ ਨੂੰ ਰਜਿਸਟਰ ਕਰਾ ਲੈਂਦੇ ਨੇ, ਆਪਣੇ ਆਪ ਸਰਕਾਰੀ ਸਕੀਮਾਂ ਕਿਵੇਂ ਲੈਂਦੇ ਨੇ, ਕਿਹਦੀ ਕੋਨਾਈਵੈਂਸ ਨਾਲ ਲੈਂਦੇ ਨੇ, ਕਿਹਦੀ ਮਿਲੀ ਭੁਗਤ ਨਾਲ ਲੈਂਦੇ ਨੇ। ਹਾਲਾਂਕਿ ਇਹਨਾਂ ਸਕੀਮਾਂ ਨੂੰ ਪ੍ਰਾਪਤ ਕਰਨ ਲਈ ਕਈ ਜਗ੍ਹਾ ਤੋਂ ਤੁਹਾਨੂੰ ਮਨਜ਼ੂਰੀਆਂ ਲੈਣੀਆਂ ਪੈਂਦੀਆਂ। ਉਹ ਸਰਕਾਰੀ ਅਦਾਰੇ ਨੇ, ਕੁਝ ਗੈਰ ਸਰਕਾਰੀ ਅਦਾਰੇ ਨੇ, ਇਹ ਕਿੱਥੋਂ ਇਹ ਮਨਜ਼ੂਰੀਆਂ ਲੈਂਦੇ ਨੇ ਸਾਨੂੰ ਇਹ ਨਹੀਂ ਪਤਾ। ਸੋ ਇਹਦੇ ਵਿੱਚ ਮੇਰੇ ਦੇ ਵਿਚਾਰ ਦੇ ਵਿੱਚ ਇਹਦੀ ਥੋੜ੍ਹੀ ਇਨਕੁਆਇਰੀ ਹੋਣੀ ਚਾਹੀਦੀ ਹੈ। ਅਗਰ ਇਹ ਵਾਕਈ ਕਲਪਰੇਟ ਪਾਏ ਜਾਂਦੇ ਤਾਂ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਇਹਨਾਂ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਜਾਣੇ ਚਾਹੀਦੇ। ਤੁਸੀਂ ਕਹਿੰਦੇ ਹੋ ਡਾਕਟਰ ਹੀ ਨਹੀਂ ਹੈਗੇ, ਤੁਹਾਡੇ ਮੈਂਬਰ ਨਹੀਂ ਹੈਗੇ, ਤੇ ਫਿਰ ਲਾਇਸੈਂਸ ਕਿੱਥੋਂ ਰੱਦ ਕਰਨਗੇ ਉਹਨਾਂ ਦੇ? ਅਸੀਂ ਲਾਇਸੈਂਸ ਅਥਾਰਟੀ ਥੋੜ੍ਹਾ, ਲਾਇਸੈਂਸਿੰਗ ਅਥਾਰਟੀ ਦੀ ਗਵਰਨਮੈਂਟ ਆ ਜਾਂ ਏਜੰਸੀਜ਼ ਨੇ ਗਵਰਨਮੈਂਟ ਦੀਆਂ ਜਿਹੜੀਆਂ ਇਹਨਾਂ ਦੀ ਰਜਿਸਟ੍ਰੇਸ਼ਨ ਕਰਦੀਆਂ ਨੇ। ਆਯੁਸ਼ਮਾਨ ਭਾਰਤ ਲੈਣ ਲਈ ਤੁਹਾਨੂੰ ਪਤਾ ਕਿੰਨੇ ਡਾਕੂਮੈਂਟਸ ਪੂਰੇ ਕਰਨੇ ਪੈਂਦੇ ਨੇ। ਇਹ ਕੌਣ ਕਰਾਉਂਦਾ? ਇਹ ਕਿਹਦੀ ਮਿਲੀ ਭੁਗਤ ਨਾਲ ਹੁੰਦੇ ਨੇ? ਇਹ ਡਾਕਟਰ ਆਪ ਇਕੱਲਾ ਤਾਂ ਕਰ ਨਹੀਂ ਸਕਦਾ ਕੋਈ। ਸੋ ਇਹਦੀ ਤਹਿ ਤੱਕ ਜਾਣ ਦੀ ਲੋੜ ਹੈ ਵੀ ਇਹ ਸਾਰਾ ਕੁਝ ਕਿਉਂ ਹੋ ਰਿਹਾ। ਜੇ ਬਿੱਲ ਭੇਜਦੇ ਨੇ, ਬਿੱਲ ਪਾਸ ਕਰਵਾਉਂਦੇ ਨੇ, ਪੇਸ਼ੈਂਟ ਜਾਲੀ ਐਡਮਿਸ਼ਨ ਸ਼ੋਅ ਕਰਦੇ ਨੇ, ਇਹ ਕਿਉਂ ਹੋ ਰਿਹਾ, ਕਿਸ ਤਰ੍ਹਾਂ ਹੋ ਰਿਹਾ? ਤੇ ਡਾਕਟਰ ਸਾਹਿਬ, ਜਿਹੜਾ ਇੱਕ ਤੁਹਾਡਾ ਮੈਂਬਰ ਹੈ ਜਿਹਦੀ ਤੁਸੀਂ ਕਹਿ ਰਹੇ ਹੋ ਸੰਧੂ ਲਾਈਫ ਕੇਅਰ, ਵਾਟ ਅਬਾਊਟ ਹਿਮ? ਸੰਧੂ ਲਾਈਫ ਕੇਅਰ ਬਾਰੇ ਮੈਨੂੰ ਇੰਨਾ ਨਹੀਂ ਪਤਾ। ਅਗਰ ਉਹਨੇ ਇਹ ਕੰਮ ਕੀਤਾ ਤੇ ਉਹ ਵੀ ਇਹਨਾਂ ਦੇ ਨਾਲ ਬਰਾਬਰ ਦਾ ਭਾਗੀਦਾਰ ਹੈ। ਹੀ ਸ਼ੁੱਡ ਆਲਸੋ ਬੀ ਬ੍ਰੌਟ ਟੂ ਦੀ ਬੁੱਕਸ। ਅੱਛਾ ਡਾਕਟਰ ਸਾਹਿਬ, ਇਹ ਤਾਂ ਤੁਸੀਂ ਕਹਿਤਾ ਜੀ, ਇਹ ਤਾਂ ਆਯੁਸ਼ਮਾਨ ਦੀ ਗੱਲ ਹੋ ਗਈ। ECHS ਘੋਟਾਲਾ ਹੁੰਦਾ, ਉਹਦੇ 'ਚ ਤੇ ਤੁਹਾਡੇ ਆਪਣੇ ਡਾਕਟਰ ਸ਼ਾਮਲ ਨੇ ਜਿਹੜੇ IMA ਨੂੰ ਬਿਲੋਂਗ ਕਰਦੇ, ਤੁਹਾਡੇ ਨਰਸਿੰਗ ਹੋਮ ਸੈੱਲ ਦੇ ਉਹ ਵਿੱਚ ਐਗਜ਼ੈਕਟਿਵ 'ਚ ਵੀ ਹੈਗੇ ਸੀਗੇ। ਉਹ ਚੀਜ਼ ਸਾਰੀ ਅਜੇ ਇਨਕੁਆਇਰੀ 'ਚ। ਜੇ 3 ਮਹੀਨੇ ਗੌਰਮੈਂਟ ਇਨਕੁਆਇਰੀ 'ਚ ਕੁਝ ਨਹੀਂ ਲੱਭ ਸਕੀ ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਕੀ ਲੱਭਦੀ ਹੈ ਕੀ ਨਹੀਂ ਲੱਭਦਾ, ਉਹਦੇ ਬਾਰੇ ਮੈਂ ਤਾਂ ਕਿਆਸ ਲਗਾ ਨਹੀਂ ਸਕਦਾ। ਇਹਦਾ ਮਤਲਬ ਡਾਕਟਰ ਸਾਹਿਬ, ਜਿਹੜਾ ਫਿਰ ਉਹ ਮਿਲਟਰੀ ਵੱਲੋਂ ਜਿਹੜੀ ਸੈਨਾ ਵੱਲੋਂ ਇਨਕੁਆਇਰੀ ਕਰਕੇ ਭੇਜੀ ਗਈ ਸੀ, ਉਹ ਬੇਕਾਰ ਸੀ। ਇਹ ਕਿਸੇ ਦੀ ਇਨਕੁਆਇਰੀ ਨੂੰ ਬੇਕਾਰ ਕਹਿਣਾ ਜਾਂ ਨਾ ਕਹਿਣਾ ਮੇਰੇ ਵੱਸ ਦੀ ਗੱਲ ਨਹੀਂ, ਨਾ ਹੀ ਮੇਰੀ ਪਾਵਰ 'ਚ ਆਉਂਦਾ। ਪਰ ਜਿਨ੍ਹਾਂ ਦੀ ਪਾਵਰ 'ਚ ਆਉਂਦਾ ਉਹ 3 ਮਹੀਨੇ ਤੋਂ ਲੱਗੇ ਨੇ ਇਸ ਪਿੱਛੇ। ਇਹ ਉਹਨਾਂ ਨੇ ਸਾਬਤ ਕਰਨਾ ਵੀ ਆਇਆ ਉਹ ਇਨਕੁਆਇਰੀ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਕਿੰਨਾ ਕੁ ਉਹਦੇ 'ਚ ਝੂਠ ਹੈ ਜਾਂ ਕਿੰਨਾ ਕੁ ਉਹਦੇ 'ਚ ਬਣਾਵਟ ਹੈ। ਉਹਦੇ 'ਚ ਜਿਹੜੇ ਬੰਦੇ ਅਗਰ ਆਉਂਦੇ ਹੀ ਨੇ ਕਰਪਰੇਟ ਸਾਬਤ ਹੁੰਦੇ, ਨੈਚੁਰਲੀ ਦੀ ਲਾਅ ਵਿਲ ਟੇਕ ਇਟਸ ਕੋਰਸ। ਡਾਕਟਰ ਸਾਹਿਬ, ਅੱਜ ਜਿਵੇਂ ਤੁਹਾਡੇ ਵੱਲੋਂ IMA ਵੱਲੋਂ ਕੋਈ ਕੰਪਲੇਂਟ ਵੀ ਕੀਤੀ ਜਾਏਗੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਜਾਂ ਪੁਲਿਸ ਨੂੰ ਜਾਂ ਸਰਕਾਰ ਨੂੰ? We have decided to present a memorandum to the Deputy Commissioner to take strict action against these people because IMA will never support such action by any person, any nursing home or any institution. ਡਾਕਟਰ ਸਾਹਿਬ, ਤੁਹਾਨੂੰ ਲੱਗ ਰਿਹਾ ਨਾ ਵੀ ਇਹਦੇ ਨਾਲ IMA ਦੀ ਪੂਰੀ ਡਾਕਟਰੀ ਕਿਤੇ ਨੂੰ ਬਦਨਾਮੀ ਮਿਲ ਰਹੀ ਹੈ? ਵੈਸੇ ਭੰਡਾਰੀ ਸਾਹਿਬ, ਤੁਹਾਡੇ ਨਾਲ ਸਾਨੂੰ ਇਹ ਸ਼ਿਕਵਾ ਹੈ ਵੀ ਤੁਸੀਂ ਹਰ ਵੇਲੇ ਇਹ ਜਿੰਨੀਆਂ ਵੀ ਇਹੋ ਜਿਹੀਆਂ ECHS ਹੈ ਜਾਂ ਆਯੁਸ਼ਮਾਨ ਭਾਰਤ ਸਕੀਮ ਹੈ, ਇਹਦੇ ਵਿੱਚ ਸਭ ਤੋਂ ਜ਼ਿਆਦਾ ਤੁਹਾਡੀ ਜਿਹੜੀ ਗਾਜ਼ ਹੈ ਨਾ ਉਹ ਡਾਕਟਰਾਂ 'ਤੇ ਗਿਰਦੀ ਹੈ। ਤੁਸੀਂ ਐਡਮਿਨਿਸਟ੍ਰੇਸ਼ਨ ਨੂੰ ਕਿਉਂ ਨਹੀਂ ਨਾਲ ਲਪੇਟ ਚਲਾਉਂਦੇ? ਤੁਹਾਡਾ ਸਾਰਾ ਜ਼ੋਰ ਸਿਰਫ ਉਹ ਡਾਕਟਰਸ ਨੂੰ ਕਲਪਰੇਟ ਸਾਬਤ ਕਰਨ 'ਤੇ ਹੁੰਦਾ ਜਿਹੜਾ ਕਿ ਇਹ ਕੰਮ ਕਰ ਰਿਹਾ। ਪਰ ਜਿਹੜੇ ਇਹਦੇ ਨਾਲ ਰਲ ਕੇ ਕੰਮ ਕਰਾ ਰਹੇ ਨੇ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਫੜਦੇ? ਡਾਕਟਰ ਸਾਹਿਬ, ਮੇਨ ਜਿਹੜਾ ਕ੍ਰਾਈਮ ਕਰਦਾ ਮੈਂ ਉਹਨੂੰ ਟਾਰਗੇਟ ਕਰਦਾ। ਮੇਰੇ ਕੋਲ ਕੋਈ ਐਵੀਡੈਂਸ ਨਹੀਂ ਹੁੰਦਾ ਵੀ ਕੁਝ ਲੋਕ ਕਰਾ ਰਹੇ ਨੇ। ਜੇ ਕੋਈ ਕਰਾ ਰਹੇ ਨੇ ਤੇ ਤੁਸੀਂ ਉਹਦੇ ਤੇ ਤੁਸੀਂ ਐਜ਼ ਏ IMA ਸਟੇਟ ਪ੍ਰੈਜ਼ੀਡੈਂਟ ਤੁਸੀਂ ਕੀ ਐਕਸ਼ਨ ਲਏ ਹੋਏ ਉਹਦੇ ਤੇ? ਸਾਨੂੰ ਤੇ ਹੁਣ ਪਤਾ ਲੱਗਾ ਵੀ ਉਹ ਵਾਕਿਆ ਕਰ ਰਹੇ। ਉਹ ਤੁਹਾਡੇ ਤੇ ਵੀ ਆਰ ਥੈਂਕਫੁਲ ਟੂ ਯੂ, ਤੁਸੀਂ ਉਜਾਗਰ ਕੀਤਾ ਸਭ ਕੁਝ। ਅਸੀਂ ਤੇ ਐਕਸ਼ਨ ਲਵਾਂਗੇ ਜਿੰਨੀਆਂ ਕਿ ਸਾਡੀਆਂ ਪਾਵਰ 'ਤੇ ਨੇ।
ਜਿੰਨੀ ਕਿ ਸਾਡੀ ਕਨਸਟੀਟਿਊਸ਼ਨ ਸਾਨੂੰ ਪਾਵਰ ਦਿੰਦੀ ਹੈ, ਵੱਧ ਤੋਂ ਵੱਧ ਇਹ ਦਿੰਦੀ ਹੈ ਵੀ ਇਫ ਦੇ ਆਰ ਪ੍ਰੂਵਡ ਗਿਲਟੀ terminate their membership from the IMA nursing home cell or IMA itself. धन्यवाद। ये थे डॉक्टर कुलदीप सिंह अरोड़ा हैं, और भी हैं सदस्य यहाँ से बात करें। नर्सिंग होम सेल के प्रेसिडेंट हैं डॉक्टर सुखजीत सिंह। कहते हैं डॉक्टर साहब एक कल मामला सामने आया भी कुछ हॉस्पिटल ने आयुष्मान दे कार्ड मिसयूज़ कर रहे हैं, यहाँ कुछ पेशेंट्स की डेथ हो जाती है, उन्होंने पा के बिल बना के तो पास करवाया जा रहा है। अज इसलिए शायद मीटिंग बुलाई गई है, थोड़ा की कहना है? मैं पहली गल तो D4 न्यूज़ का बहुत शुक्रगुजार हाँ बई ਇਹੋ ਜਿਹੇ ਮਾਮਲੇ ਬਹੁਤ ਸਾਹਮਣੇ ਲਿਆਉਂਦੇ ਆ ਜਿਨ੍ਹਾਂ ਦੇ ਨਾਲ ਸਾਡੇ ਪ੍ਰਾਂਤ ਨੂੰ, ਸਾਡੇ ਦੇਸ਼ ਨੂੰ ਬਹੁਤ ਫਾਇਦਾ ਹੋ ਸਕਦਾ ਹੈ। ਹਾਂ ਜੇ ਅਸੀਂ ਧਿਆਨ ਨਾਲ ਸੋਚੀਏ ਜਾਂ ਸਾਡੀ ਐਡਮਿਨਿਸਟ੍ਰੇਸ਼ਨ ਇਹਦੇ ਵੱਲ ਧਿਆਨ ਦੇਵੇ, ਹਾਂ ਵੀ ਇਹ ਗਲਤ ਕੰਮ ਕਿਉਂ ਹੋ ਰਿਹਾ, ਪਰ ਅਸੀਂ ਉਸ ਕੰਮ ਗਲਤ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰਦੇ ਹਾਂ, ਪਰ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ECHS ਦਾ ਬਹੁਤ ਵੱਡਾ ਮਸਲਾ ਸਾਹਮਣੇ ਆਇਆ ਸੀ, ਸਰਕਾਰ ਨੇ ਕਿਸੇ ਤੇ ਕੋਈ ਐਕਸ਼ਨ ਨਹੀਂ ਲਿਆ। ਜਿਹੜੇ ਡਾਕਟਰਸ ਨੂੰ, ਜਿਹੜੇ ਨਾਨ ਡਾਕਟਰਸ ਹਸਪਤਾਲ ਚੱਲਦੇ ਪਏ ECHS ਦੇ ਉੱਤੇ, ਉਹਨਾਂ ਸਰਕਾਰ ਨੇ ਕੀ ਕੀਤਾ, ਉਹ ਬਦੋਬਦੀ ਬਿਨਾਂ ਨਾਨ ਡਾਕਟਰ ECHS ਹਸਪਤਾਲ ਚੱਲਣ ਰਹੇ ਆ, ਕੋਈ ਸਰਕਾਰ ਬੋਦਰ ਨਹੀਂ ਕਰਦੀ। ਇੱਕ ਹਸਪਤਾਲ ਦੇ ਵਿੱਚ ਇੱਕ ਕੋਈ ਨਾਨ ਮੈਡੀਕਲਸ ਜੇ ਸਮਝ ਲਓ ਇੱਕ ਫਾਰਮਾਸਿਸਟ ਵੀ ਨਹੀਂ ਸੀ, ਉਹ ਵੀ ਹਸਪਤਾਲ ਚਲਾ ਰਹੀ ਸੀ, ਤਾਂ ਸਰਕਾਰ ਨੇ ਕੀ ਕੀਤਾ। ਅਸੀਂ ਇਸ 'ਤੇ ਬਹੁਤ ਤੰਗੀ ਹੈ ਸਾਨੂੰ। ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਆਯੁਸ਼ਮਾਨ ਵਾਲੀ ਸਕੀਮ ਦਾ ਰੌਲਾ ਪਿਆ, ਆਯੁਸ਼ਮਾਨ ਵਾਲਾ, ਹਾਂ ਜਿਹੜੇ ਡਾਕਟਰਸ ਨੇ ਸਾਡੇ, ਅਸੀਂ ਉਹਨਾਂ 'ਤੇ ਬਹੁਤ ਸਟ੍ਰਿਕਟ ਐਕਸ਼ਨ ਲਾਂਗੇ। ਅਸੀਂ ਹੁਣ ਮੈਂ ਤੁਹਾਨੂੰ ਇਹ ਤਾਂ ਨਹੀਂ ਦੱਸ ਸਕਦਾ ਅਸੀਂ ਕੀ ਐਕਸ਼ਨ ਲਾਂਗੇ, ਬੜੀ ਸਟ੍ਰਿਕਟ ਐਕਸ਼ਨ ਲਾਂਗੇ ਜੋ ਅਸੀਂ ਕਰ ਸਕਾਂਗੇ। ਬਾਕੀ ਜਿਹੜੇ ਨਾਨ ਡਾਕਟਰਸ ਹਸਪਤਾਲ ਹੈ ਅਸੀਂ ਉਹਨਾਂ ਦਾ ਕੁਝ ਨਹੀਂ ਕਰ ਸਕਦੇ, ਬਿਕੋਜ਼ ਉਹ ਸਾਡੇ ਮੈਂਬਰਸ ਹੀ ਨਹੀਂ ਹੈਗੇ। ਅੱਛਾ, ਤੁਹਾਨੂੰ ਲੱਗਦਾ ਵੀ ਇਹ ਜਿਵੇਂ ਬਾਰ-ਬਾਰ ਡਾਕਟਰ ਦੀ ਇਨਵੋਲਵਮੈਂਟ ਸਾਹਮਣੇ ਆਉਂਦੀ, ਪਹਿਲੇ ECHS ਸਾਹਮਣੇ ਆਈ, ਹੁਣ ਆਯੁਸ਼ਮਾਨ ਸਾਹਮਣੇ ਆਈ, ਇਹ ਤਾਂ ਕਿਤੇ ਨਾ ਕਿਤੇ ਡਾਕਟਰ ਪ੍ਰੋਫੈਸ਼ਨ ਦਾ ਨਾਮ ਬਦਨਾਮ ਹੋ ਰਿਹਾ, ਉਹਨਾਂ ਦਾ ਵੀ ਨਾਮ ਬਦਨਾਮ ਹੋ ਰਿਹਾ ਜਿਹੜੇ ਲੋਕ ਗਲਤ ਕੰਮ ਨਹੀਂ ਕਰਦੇ। ਧਾਰੀ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਇੱਕ ਆਮ ਬੰਦੇ ਦੇ ਅੱਗੇ ਡਾਕਟਰ ਲੜ ਤੋਂ ਡਾਕਟਰ ਨਹੀਂ ਬਣ ਗਿਆ, ਪਹਿਲੀ ਗੱਲ ਤਾਂ ਇਹ ਹੈ। ਦੂਸਰੀ ਗੱਲ ਇਹ ਹੈ ਡਾਕਟਰਸ ਦਾ ਨਾਮ ਬਦਨਾਮ ਹੋ ਰਿਹਾ, ਇਹ ਸਿਰਫ 2% ਜਾਂ 5% ਵੱਧ ਤੋਂ ਵੱਧ ਲੋਕ ਨੇ ਜਿਹੜਾ ਸਾਨੂੰ ਸਾਰਿਆਂ ਨੂੰ ਬਦਨਾਮ ਕਰ ਰਹੇ। ਅਸੀਂ ਉਸ ਬਲੈਕ ਸ਼ੀਪ ਨੂੰ ਆਪ ਵੀ ਕੋਸ਼ਿਸ਼ ਕਰਾਂਗੇ ਐਕਸਪੋਜ਼ ਕਰਕੇ ਸਾਹਮਣੇ ਲਿਆਈਏ ਅਤੇ ਅਸੀਂ ਉਹਨਾਂ ਨੂੰ ਕਹੀਏ ਵੀ ਇਹ ਕੰਮ ਛੱਡ ਦਿਓ। ਡਾਕਟਰ ਸਾਹਿਬ ਤੁਹਾਡੇ ਇੱਕ ਜੀਵਨ ਜੋਤ ਹਸਪੀਟਲ ਸੀਗਾ ਫਤਿਹਗੜ੍ਹ ਚੂੜੀਆਂ ਰੋਡ ਤੇ, ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਵੀ ਇੱਥੇ ਕੋਈ ਡਾਕਟਰ ਨਹੀਂ, ਅਨਕੁਆਲੀਫਾਈਡ ਬੰਦੇ ਚਲਾ ਰਹੇ ਨੇ, ਪਰ ਫੜਿਆ ਵੀ ਗਿਆ। ਹਜੇ ਤੱਕ ਉਹਦੇ ਤੇ ਕੋਈ ਕਾਰਵਾਈ, ਕੋਈ ਮਾਮਲਾ ਰਜਿਸਟਰ ਨਹੀਂ ਕੀਤਾ ਗਿਆ। ਕਿ IMA ਨੇ ਆਪਣੇ ਲੈਵਲ ਦੇ ਉੱਪਰ ਸਰਕਾਰ ਨੂੰ ਕਦੀ ਪ੍ਰੈਜੈਂਟੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ? ਭੰਡਾਰੀ ਸਾਹਿਬ ਅਸੀਂ ਪਹਿਲੀ ਵਾਰੀ ਪ੍ਰੈਜੈਂਟੇਸ਼ਨ ਦੇ ਦਿੱਤੀ ਸੀ, ਜੇ ਸਰਕਾਰ ਨੇ ਬੋਦਰ ਹੀ ਨਹੀਂ ਕਰਦੀ, ਸਰਕਾਰ ਵੱਲੋਂ ਕੋਈ ਜੀਵੇ ਕੋਈ ਮਰੇ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ, ਅਸੀਂ ਉਹ 'ਚ ਕੀ ਕਰ ਸਕਦੇ, ਅਸੀਂ ਉਹ 'ਚ ਕੁਛ ਨਹੀਂ ਕਰ ਸਕਦੇ। ਤੇ ਦਰਸ਼ਕ ਹੁਣ ਜਿਹੜਾ ਇਹ ਮਾਮਲਾ ਆਇਆ ਆਯੁਸ਼ਮਾਨ ਦਾ, ਕੀ ਤੁਸੀਂ ਤੁਹਾਡੀ ਬਾਡੀ ਕੋਈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਜਾਂ CM ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹਦੇ ਬਾਰੇ ਲਿਖੋਗੇ? ਅਸੀਂ ਸਿਵਲ ਸਰਜਨ DC ਸਾਹਿਬ ਨੂੰ ਕੱਲ੍ਹ ਮਿਲਣ ਦੀ ਕੋਸ਼ਿਸ਼ ਕਰਾਂਗੇ, DC ਸਾਹਿਬ ਨੂੰ ਅਪਰਾਈਜ਼ ਕਰਾਂਗੇ ਵੀ ਆਹ ਕੁਛ ਗਲਤ ਹੋ ਰਿਹਾ ਹੈ। ਜਹਾਂ ਜੇ ਉਹਨਾਂ ਦੀ ਮਰਜ਼ੀ, ਜੇ ਐਕਸ਼ਨ ਕੋਈ ਚੰਗਾ ਲੈਣਗੇ ਤਾਂ ਚੰਗੀ ਗੱਲ ਹੈ, ਲੈਣਾ ਵੀ ਚਾਹੀਦਾ। ਤੁਸੀਂ ਕੈਪਟਨ CM ਸਾਹਿਬ ਨੂੰ ਵੀ ਕੋਈ ਆਪਣੇ ਵੱਲੋਂ ਚਿੱਠੀ ਦਿਓ, ਚਿੱਠੀ ਭੇਜੋਗੇ? ਹਾਂ ਚਿੱਠੀ ਭੇਜਾਂਗੇ। ਆਈ ਵਿਲ ਰਾਈਟ ਅ ਲੈਟਰ ਟੂ ਸਿਵਲ ਆਪਣਾ ਹੈਲਥ CM ਐਂਡ ਹੈਲਥ ਮਿਨਿਸਟਰ। ਤੇ ਡਾਕਟਰ ਜਿਹੜੇ ECHS ਬੰਦੇ ਆਏ ਸੀਗੇ ਤੁਹਾਡੇ ਡਾਕਟਰ, ਇਹਦੇ 'ਚ ਕਹਿੰਦੇ ਵੀ 3 ਨਰਸਿੰਗ ਹੋਮ ਤੁਹਾਡੇ ਡਾਕਟਰ ਹੀ ਨਹੀਂ ਗਏ, ਉਹ ਨਾਨ ਪ੍ਰੋਫੈਸ਼ਨਲ ਵੱਲੋਂ ਚਲਾਏ ਜਾ ਰਹੇ ਨੇ। ਤੇ ECHS ਜਿਹੜੇ ਤੁਹਾਡੇ ਡਾਕਟਰ ਇਨਵੋਲਵ ਸੀਗੇ, ਉਹਨਾਂ ਲਈ ਤੁਸੀਂ ਉਹਨਾਂ ਦੇ ਖਿਲਾਫ ਕੀ ਐਕਸ਼ਨ ਲਿਆ ਸੀਗਾ? ਸਾਡੇ ਜਿਹੜੇ ਡਾਕਟਰਸ ਨੇ ਅਸੀਂ ਉਹਨਾਂ ਦੇ ਖਿਲਾਫ ਕੋਈ ਹਾਲੇ ਕਿਉਂਕਿ ਪੈਂਡਿੰਗ ਇਨਕੁਆਇਰੀ ਹੈ, ਪੈਂਡਿੰਗ ਇਨਕੁਆਇਰੀ 'ਚ ਅਸੀਂ ਉਹਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਲੈ ਸਕਦੇ। इट इज़ पेंडिंग इंक्वायरी, जो इंक्वायरी होगी तो जो कोई एक्शन होएगा जरूर लाएंगे। हमारे साथ हैं वर्ष 2022 के चुने गए प्रधान RS सेठी, पूर्व सिविल सर्जन भी रह चुके हैं, इनसे भी बात करते हैं। आज IMA की मीटिंग दर्शक बुलाई गई है, किस कारण से? ਜਿਹੜੀ ਕੱਲ ਲੇਟਲੀ ਖਬਰ ਆਈ ਹੈ ਵੀ ਆਯੁਸ਼ਮਾਨ ਭਾਰਤ ਦੇ ਵਿੱਚ ਕੁਝ ਹਸਪਤਾਲਾਂ ਨੇ ਘੁਟਾਲਾ ਕੀਤਾ, ਉਹਦੇ ਡਿਸਕਸ ਕਰਨ ਲਈ ਮੀਟਿੰਗ ਬੁਲਾਈ ਗਈ ਸੀ। ਤੇ ਕੀ ਫੈਸਲਾ ਲਿਆ ਅੱਜ ਦੀ ਮੀਟਿੰਗ 'ਚ? IMA ਨੇ ਫੈਸਲਾ ਕੀਤਾ ਵੀ ਜਿਹੜੇ ਹਸਪੀਟਲ ਜਿਹੜੇ ਇਨਵੋਲਵਡ ਨੇ ਉਹਨਾਂ ਨੂੰ ਪੈਂਡਿੰਗ ਇਨਕੁਆਇਰੀ ਜਿਹੜੀ ਕਿ IMA ਦੀ ਕਮੇਟੀ ਕਰੇਗੀ, ਉਹਨਾਂ ਨੂੰ IMA ਦੀ ਨਰਸਿੰਗ ਹੋਮ ਸੈਲ ਤੋਂ ਸਸਪੈਂਡ ਕੀਤਾ ਜਾਂਦਾ। ਡਾਕਟਰ ਸਾਹਿਬ ਕੁਝ ਤਾਂ 3 ਹਸਪਤਾਲ ਕਹਿੰਦੇ ਸਾਡੇ ਮੈਂਬਰ ਹੀ ਨਹੀਂ ਗਏ, ਇਹਦਾ ਮਤਲਬ ਇਹ ਇਹਨਾਂ ਨੂੰ ਡਾਕਟਰ ਸਾਹਿਬ ਆਪਾਂ ਕ੍ਰਾਈਮ ਕਰਨ ਦੀ ਛੂਟ ਦਿੱਤੀ ਹੋਈ ਹੈ। ਉਹਦੇ ਲਈ ਅਸੀਂ ਵੀ ਡਿਸਟ੍ਰਿਕਟ ਐਡਮਿਸ਼ਨ ਨੂੰ ਇੱਕ ਮੈਮੋਰੈਂਡਮ ਦਿਆਂਗੇ D ਸਾਹਿਬ ਨੂੰ, ਜਿਹਦੇ ਵਿੱਚ ਇਹਨਾਂ ਬਾਰੇ ਐਕਸ਼ਨ ਲਿਖਿਆ ਜਾਏਗਾ। ਤੇ ਤੁਹਾਨੂੰ ਲੱਗ ਰਿਹਾ ਡਾਕਟਰ ਸਾਹਿਬ ਕਿਤੇ ਨਾ ਕਿਤੇ ਇਹਨਾਂ ਦੇ ਖਿਲਾਫ ਕੋਈ ਐਸੀ ਐਗਜ਼ਾਮਪਲ ਸੈੱਟ ਹੋਣੀ ਚਾਹੀਦੀ ਹੈ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ? बिल्कुल होनी चाहिए, बिल्कुल होनी चाहिए। हमारे साथ हैं इंडियन मेडिकल एसोसिएशन की इस वर्ष की प्रधान डॉक्टर अमनदीप कौर, उनसे भी बात करते हैं आखिर इस मामले में उनका क्या कहना है। डॉक्टर साहब एज ए IMA ਦੇ ਪ੍ਰੈਜ਼ੀਡੈਂਟ ਜੋ ਵੀ ਹੈ ਸਾਹਮਣੇ ਆ ਰਿਹਾ ਹੈ, ਉਹ ਤੁਸੀਂ ਤੁਹਾਡਾ ਕੀ ਕਹਿਣਾ ਉਹਦੇ ਉੱਤੇ? ਜਿਵੇਂ ਆਯੁਸ਼ਮਾਨ ਦੇ ਲੋਕ ਬਿੱਲ ਬਣਾਈ ਜਾ ਰਹੇ हैं, ਡਾਕਟਰ ਵੀ ਨਹੀਂ ਹੈਗੇ ਤੇ ਆਪਣੇ ਅੱਗੇ ਵੱਡੇ ਵੱਡੇ ਹਸਪਤਾਲ ਚਲਾ ਰਹੇ हैं। ਦੇਖੋ ਮੈਂ ਐਜ਼ IMA ਪ੍ਰੈਜ਼ੀਡੈਂਟ ਇਸ ਇਨਸੀਡੈਂਟ ਇਹਨਾਂ ਗੱਲਾਂ ਨੂੰ ਬਹੁਤ ਸਟਰੋਂਗਲੀ ਕੰਡੈਮ ਕਰਦੀ ਹਾਂ, ਕਿਉਂਕਿ ਇਹੋ ਜਿਹੇ ਕੰਮ ਕਿਉਂ ਹੁੰਦੇ ਨੇ? ਇਹ ਕੰਮ ਡਾਕਟਰ ਨਹੀਂ ਕਰਦੇ,
ਸਾਰੇ ਇਹਨਾਂ 'ਚੋਂ ਡਾਕਟਰ ਹੈ ਵੀ ਨਹੀਂ। ਸੋ ਤੁਹਾਨੂੰ ਲੋਕਾਂ ਨੂੰ ਇੱਕ ਮੇਰੀ ਰਿਕੁਐਸਟ ਹੈ ਕਿ ਕਾਈਂਡਲੀ ਡਾਕਟਰ ਵਰਡ ਦੀ ਥੋੜ੍ਹੀ ਜਿਹੀ ਜੁਡੀਸ਼ੀਅਸਲੀ ਯੂਜ਼ ਕਰਿਆ ਕਰੋ। ਠੀਕ ਹੈ, ਹਸਪਤਾਲ ਬਣਾਏ ਹੋਏ ਨੇ, ਕੁਝ ਬਿਜ਼ਨਸਮੈਨ ਨੇ, ਕੁਝ ਬੰਦੇ ਆਪਣੇ, ਕਈ ਸਾਡੇ ਟੈਕਨੀਸ਼ੀਅਨ ਉੱਠ ਕੇ ਹੀ ਹਸਪਤਾਲ ਬਣਾ ਲੈਂਦੇ ਨੇ ਤੇ ਉਹਨਾਂ ਹਸਪਤਾਲਾਂ 'ਚ ਕੰਮ ਕਰਦੇ ਆ। ਔਰ ਮੈਂ ਬੜੀ ਹੈਰਾਨ ਹੈ ਇਹ ਗੱਲਾਂ ਸੁਣ ਕੇ ਕਿ ਉੱਥੇ ਆਪਰੇਸ਼ਨ ਵੀ ਡਾਕਟਰ ਨਹੀਂ ਕਰਦੇ। ਸੋ ਮੇਰੀ ਮੀਡੀਆ ਨੂੰ ਇਹ ਰਿਕੁਐਸਟ ਹੈ ਕਿ ਇੱਕ ਸੈਂਸਿਟਾਈਜੇਸ਼ਨ ਡਰਾਈਵ ਸ਼ੁਰੂ ਕੀਤੀ ਜਾਵੇ ਕਿ ਦ ਡਿਫਰੈਂਸ ਬਿਟਵੀਨ ਦ ਡਾਕਟਰਸ ਐਂਡ ਨੌਨ ਡਾਕਟਰਸ ਹੂ ਆਰ ਰਨਿੰਗ ਹਸਪੀਟਲ ਐਂਡ ਹੂ ਆਰ ਵਰਕਿੰਗ ਇਨ ਦੋਜ਼ ਹਸਪੀਟਲਸ। ਅੱਛਾ, ਉਹਦੇ ਲਈ ਤੇ ਫਿਰ ਆਈਐਮਏ ਨੂੰ ਇਨੀਸ਼ੀਏਟਿਵ ਲੈਣਾ ਪਏਗਾ ਨਾ ਜੀ, ਉਹਨਾਂ ਨੂੰ ਅੱਗੇ ਆਉਣਾ ਪਏਗਾ, ਉਹਨਾਂ ਨੂੰ ਦੱਸਣਾ ਪਏਗਾ, ਡਿਫਰੈਂਸ਼ੀਏਟ ਕਰਕੇ ਮੀਡੀਆ ਨੂੰ ਵੀ ਇਹ ਦੱਸਣਾ ਪਏਗਾ ਇਹ ਡਾਕਟਰ ਨਹੀਂ ਹੈ ਤੇ ਇਹ ਡਾਕਟਰ ਨੇ, ਤੇ ਜਿਹੜੇ ਡਾਕਟਰ ਨਹੀਂ ਹੈ ਉਹ ਜੇ ਉਹ ਕੰਮ ਕਰ ਰਹੇ ਨੇ ਤੇ ਉਹਦੇ ਲਈ ਕੌਣ ਜ਼ਿੰਮੇਦਾਰ ਹੈ। ਦੇਖੋ, ਇਹ ਕੰਮ ਡੈਫੀਨੇਟਲੀ ਆਈਐਮਏ ਦਾ ਇਹਦੇ ਵਿੱਚ ਰੋਲ ਹੈ ਤੇ ਐਜ਼ ਆਈਐਮਏ ਪ੍ਰੈਜ਼ੀਡੈਂਟ ਅਸੀਂ ਇਸ ਸਾਈਡ ਵੱਲ ਨੂੰ ਤੁਰਨ ਲੱਗ ਪਏ ਹਾਂ। ਇਹ ਗੱਲਾਂ ਅੱਜ ਤੋਂ 5-7 ਸਾਲ ਪਹਿਲਾਂ ਬਿਲਕੁਲ ਨਹੀਂ ਸੀ ਹੈਗੀਆਂ, ਨਾ ਹੀ ਇੱਥੇ ਇਸੇ ਤਰ੍ਹਾਂ ਦੇ ਹਸਪਤਾਲ ਸੀਗੇ। ਪਰ ਹੁਣ ਕਿਉਂਕਿ ਇਹ ਚੀਜ਼ਾਂ ਸਾਡੇ ਪ੍ਰੋਫੈਸ਼ਨ ਦੇ ਉੱਤੇ ਇੱਕ ਧੱਬਾ ਬਣ ਗਈਆਂ ਨੇ, ਇਸ ਕਰਕੇ ਸਾਨੂੰ ਐਜ਼ ਆਈਐਮਏ, ਐਜ਼ ਡਾਕਟਰਸ ਯੂਨੀਅਨ ਇਹ ਤੁਰਨਾ ਪਊਗਾ ਇਹ ਦੱਸਣ ਲਈ ਕਿ ਕਿਹੜੇ ਨੌਨ ਡਾਕਟਰਸ ਨੇ ਤੇ ਕਿਹੜੇ ਐਕਚੁਅਲੀ ਡਾਕਟਰਸ ਨੇ ਜਿਹੜੇ ਕੰਮ ਕਰ ਰਹੇ ਨੇ। ਬਾਕੀ ਇਹਦੇ ਵਿੱਚ ਜੇ ਤੁਸੀਂ ਮੈਨੂੰ ਪੁੱਛੋ ਤੇ ਸਾਡੀਆਂ ਸਰਕਾਰਾਂ ਦਾ ਵੀ ਕਸੂਰ ਹੈ। ਇਹੋ ਜਿਹੇ ਲੋਕਾਂ ਨੂੰ ਹਸਪਤਾਲ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਤੇ ਐਜ਼ ਆਈਐਮਏ ਪ੍ਰੈਜ਼ੀਡੈਂਟ ਇਹ ਬੰਦੇ ਮੈਂ ਇੰਨਾ ਜ਼ਰੂਰ ਕਹਿ ਦਿੰਦੀ ਹਾਂ ਕਿ ਨਾ ਤੇ ਇਹ ਸਾਡੇ ਹਸਪਤਾਲਾਂ ਦੀ ਐਸੋਸੀਏਸ਼ਨ ਦੇ ਮੈਂਬਰ ਨੇ ਇਹਨਾਂ 'ਚੋਂ ਬਹੁਤੇ, ਤੇ ਜੇ ਕੋਈ ਇਹਨਾਂ 'ਚੋਂ ਹਸਪਤਾਲ ਦੀ ਐਸੋਸੀਏਸ਼ਨ ਦਾ ਮੈਂਬਰ ਨਿਕਲਿਆ ਤਾਂ ਅਸੀਂ ਐਟਲੀਸਟ ਜਿੰਨੀ ਦੇਰ ਤੱਕ ਇਨਕੁਆਇਰੀ ਕੰਪਲੀਟ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਅਸੀਂ ਉਹਨਾਂ ਨੂੰ ਮੈਂਬਰਸ਼ਿਪ ਤੋਂ ਖਾਰਜ ਰੱਖਾਂਗੇ। ਮਤਲਬ ਉਹਨਾਂ ਦੀ ਮੈਂਬਰਸ਼ਿਪ ਉਹਨਾਂ ਦੇਰ ਤੱਕ ਸਸਪੈਂਡ ਕੀਤੀ ਜਾਂਦੀ ਹੈ। ਕੀਤੀ ਜਾਏਗੀ, ਬਿਲਕੁਲ ਜੀ। ਮੈਂਬਰਸ਼ਿਪ ਜਿੰਨੀ ਦੇਰ ਤੱਕ ਡਿਸੀਜਨ ਨਹੀਂ ਹੋ ਜਾਂਦਾ ਵੀ ਵਿਲ ਸਸਪੈਂਡ देयर ਮੈਂਬਰਸ਼ਿਪ ਫਰੋਮ ਆਈਐਮਏ। ਅੱਛਾ ਡਾਕਟਰ ਸਾਹਿਬ, ਤੁਹਾਡੀ ਇਹ ਵੀ ਕਿਤੇ ਆਈਐਮਏ ਨੂੰ ਪੂਰੀ ਤੁਸੀਂ ਪੰਜਾਬ ਮੈਡੀਕਲ ਕਾਉਂਸਲ ਨੂੰ ਜਾਂ ਇੰਡੀਅਨ ਮੈਡੀਕਲ ਕਾਉਂਸਲ ਨੂੰ ਇਸ ਸਿਫਾਰਿਸ਼ ਕਰੋਗੇ ਵੀ ਜਿਹੜਾ ਕਲਪਰੇਟ ਪਾਇਆ ਜਾਂਦਾ, ਚਾਹੇ ਉਹ ECHS 'ਚ ਚਾਹੇ ਉਹ ਆਯੁਸ਼ਮਾਨ 'ਚ ਗਲਤ ਕੰਮ ਕਰ ਰਿਹਾ, ਉਹਦੀ ਪ੍ਰੈਕਟਿਸ ਤੇ ਬੈਨ ਲੱਗਣਾ ਚਾਹੀਦਾ, ਉਹਦਾ ਡਿਗਰੀ ਨੂੰ ਰੱਦ ਕਰ ਦੇਣਾ ਚਾਹੀਦਾ। ਦੇਖੋ, ਅਸੀਂ ਰਿਕਮੈਂਡੇਸ਼ਨ ਦੇਣ ਵਾਲੀ ਕੋਈ ਬੋਡੀ ਨਹੀਂ ਹੈ, ਪਰ ਡੈਫੀਨੇਟਲੀ ਜੇ ਸਾਨੂੰ ਕੋਈ ਪੁੱਛੇਗਾ ਤਾਂ ਅਸੀਂ ਆਪਣਾ ਓਪੀਨੀਅਨ ਜ਼ਰੂਰ ਦੇਵਾਂਗੇ। ਪਰ ਇਹਦੇ ਹੀ ਨਾਲ ਨਾਲ ਮੈਨੂੰ ਇਹ ਵੀ ਰਿਕੁਐਸਟ ਹੈ ਕਿ ਇਕੱਲੇ ਡਾਕਟਰ ਨਹੀਂ ਇਹ ਕੰਮ ਕਰਦੇ, ਸਰਕਾਰੀ ਅਦਾਰਾ ਨਾਲ ਰਲਿਆ ਹੋਇਆ ਹੈ, ਸਰਕਾਰੀ ਅਦਾਰੇ ਦੇ ਲੋਕ ਨਾਲ ਰਲੇ ਹੋਏ ਨੇ। ਕਾਈਂਡਲੀ ਉਹਨਾਂ ਨੂੰ ਵੀ ਘੋਖਿਆ ਜਾਵੇ, ਇਹ ਇਕੱਲਾ ਬੰਦਾ ਨਹੀਂ ਕੰਮ ਕਰ ਸਕਦਾ। ਇਹ ਸਰਕਾਰੀ ਅਦਾਰੇ ਦੇ ਬੰਦੇ ਜਿਹੜੇ ਸੈਂਕਸ਼ਨਾਂ ਦਿੰਦੇ ਨੇ, ਜਿਹੜੇ ਅਪਰੂਵਲਸ ਕਰਦੇ ਨੇ ਮੁੜ ਕੇ ਪੇਮੈਂਟਸ ਦੀਆਂ, ਉਹਨਾਂ ਨਾਲ ਵੀ ਧਿਆਨ ਦਿੱਤਾ ਜਾਵੇ ਤੇ ਤਾਂ ਹੀ ਉਹ ਇਹ ਨੈਕਸਸ ਖਤਮ ਹੋਏਗਾ। ਡਾਕਟਰ ਸਾਹਿਬ, ਤੁਹਾਨੂੰ ਨਹੀਂ ਲੱਗਦਾ ਵੀ ਅਸੀਂ ਤੇ ਬੜੀ ਆਪਣੀ ਇਨਵੈਸਟੀਗੇਟਿਵ ਜਰਨਲਿਜ਼ਮ ਕਰਕੇ ਤੇ ਅਸੀਂ ਇਹ ਮਾਮਲੇ ਸਾਹਮਣੇ ਲਿਆਉਂਦੇ ਹਾਂ। ECHS ਦਾ ਵੀ ਮਾਮਲਾ ਸਾਡੇ ਚੈਨਲ ਵੱਲੋਂ ਹੀ ਸਾਹਮਣੇ ਲਿਆਂਦਾ ਗਿਆ ਸੀ, ਪਰ ਉਹਦੇ ਤੇ ਹੁੰਦਾ ਕੁਝ ਨਹੀਂ, ਕੁਝ ਲੋਕ ਬਚ ਜਾਂਦੇ ਨੇ। ਇਹ ਵੀ ਸਾਰੇ ਡਾਕਟਰ ਲੌਬੀ ਨੂੰ ਪਤਾ ਵੀ ਕੁਝ ਵੱਡੇ ਜਿਹੜੇ ਮਗਰਮੱਛ ਨੇ ਉਹਨਾਂ ਨੂੰ ਛੱਡਿਆ ਜਾ ਰਿਹਾ ਹੈ। ਇਹਦੇ ਤੇ ਆਈਐਮਏ ਕੀ ਸਟੈਂਡ ਲੈ ਰਹੀ ਹੈ? ਦੇਖੋ, ਆਈਐਮਏ ਤੇ ਇੱਕ ਡਾਕਟਰਾਂ ਦੇ ਇਕੱਠ ਦੀ ਬੋਡੀ ਹੈ, ਉਹਦਾ ਸਟੈਂਡ ਆਪਣੇ ਡਾਕਟਰਾਂ ਤੱਕ ਤੇ ਜ਼ਰੂਰ ਹੋ ਜਾਊਗਾ, ਪਰ ਉਹ ਸਰਕਾਰਾਂ ਤੋਂ ਕੁਝ ਨਹੀਂ ਕਰਵਾ ਸਕਦੀ। ਮੇਰੀ ਰਿਕੁਐਸਟ ਇਹ ਹੈ ਕਿ ਜੇ ਆਪਾਂ ਨੈਕਸਸ ਖੋਲ੍ਹੇ ਹੀ ਹੈ ਨਾ, ਤਾਂ ਉਹਨਾਂ ਨੈਕਸਸ ਨੂੰ 360 ਤੇ ਮੂਵ ਕਰੀਏ ਤੇ ਜਿਹੜੇ ਬੰਦੇ ਇਨਵੋਲਵਡ ਹੈ, ਸਟਾਰਟਿੰਗ ਫਰੋਮ ਦ ਸੈਂਕਸ਼ਨਸ till the reimbursement, they all should be made answerable. Thank you. ये थे डॉक्टर अमनदीप कौर। ये तमाम आईएमए के सदस्यों के साथ और जो प्रधान हैं, प्रदेश अध्यक्ष भी उनके साथ बात की है। इन्होंने कहा है कि ये जो लोग गलत काम कर रहे हैं उनके खिलाफ सख्त कार्रवाई होनी चाहिए। होता तो ये है, आमतौर पर मामला सामने आ जाता है लेकिन बाद में मामला दबा दिया जाता है। कल ये तमाम आईएमए के सदस्य अमृतसर के डिप्टी कमिश्नर से मिलने जा रहे हैं और ये मांग करेंगे कि ये जो घोटाला हो रहा है, जो D4U न्यूज़ चैनल यानी कि हमारी तरफ से उजागर गया था उसकी जो है सच्चाई जनता के सामने लाई जाए, ताकि डॉक्टर के जो पेशे को बदनामी से बचाया जा सके। अमृतसर में हुए आयुष्मान घोटाले के तहत हम बात करेंगे अमृतसर के सिविल सर्जन डॉक्टर चरणजीत सिंह के साथ कि आखिरकार ये क्या मामला है और अब हेल्थ डिपार्टमेंट के ऊपर क्या एक्शन ले रहा है। डॉक्टर साहब नमस्कार जी। नमस्कार डॉक्टर साहब। डॉक्टर साहब, एक साढ़े चैनल ਤੇ ਇੱਕ ਅਸੀਂ ਬ੍ਰੇਕ ਕੀਤੀ ਹੈ ਸਟੋਰੀ ਵੀ ਆਯੁਸ਼ਮਾਨ ਦੇ ਤਹਿਤ ਕੁਝ ਘੋਟਾਲਾ ਹੋ ਰਿਹਾ, 4 ਹਸਪੀਟਲਸ ਦੇ ਨਾਮ ਆਏ ਹੈ ਉਹਦੇ 'ਚ, ਤੇ ਡਾਕਟਰ ਸਾਹਿਬ ਐਜ਼ ਏ ਅਥਾਰਟੀ ਸਿਵਲ ਸਰਜਨ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਜਾ ਰਿਹਾ? ਨਹੀਂ, ਇਹ ਜਿਹੜੇ ਹਸਪੀਟਲ ਆਲਰੇਡੀ ਡੀ ਰੈਕੋਗਨਾਈਜ਼ ਕੀਤੇ ਗਏ ਨੇ ਉਹ ਸਟੇਟ ਹੈਲਥ ਏਜੰਸੀ ਵੱਲੋਂ ਕੀਤੇ ਗਏ ਨੇ, ਤੇ ਉਹਨਾਂ ਨੂੰ ਅਕਤੂਬਰ ਵਿੱਚ ਤੇ ਦਸੰਬਰ ਵਿੱਚ ਜਿਹੜੇ ਸਟੇਟ ਹੈਲਥ ਏਜੰਸੀ ਦੇ ਇੱਥੇ ਰਿਪਰੈਜ਼ੈਂਟੇਟਿਵ ਸਾਡੇ ਕੋਲ DMC ਆਫਿਸ ਬੈਠਦੇ ਨੇ TPA, ਤੇ ਉਹ ਰੂਟੀਨ ਵਿੱਚ ਇੱਕ ਜਿਹੜੇ ਹਸਪੀਟਲ ਇੰਪੈਨਲ ਨੇ ਉਹਨਾਂ ਦੀ ਇੰਸਪੈਕਸ਼ਨ ਕਰਦੇ ਰਹਿੰਦੇ ਆ ਕਿ ਉਹ ਗਵਰਨਮੈਂਟ ਦੀ ਗਾਈਡਲਾਈਨਸ ਨੂੰ ਸਟਿਕ ਕਰਦੇ ਨੇ, ਜਿਹੜੇ ਉੱਥੇ ਫੰਡਸ ਆ ਰਹੇ ਨੇ ਸਰਕਾਰ ਦੇ ਉਹਦੀ ਪ੍ਰੋਪਰ ਯੂਟੀਲਾਈਜੇਸ਼ਨ ਹੋ ਗਈ ਹੈ। ਤੇ ਇਹ ਜਿਹੜੇ ਹਸਪੀਟਲ ਹੈਗੇ ਸੀਗੇ ਇਹਨਾਂ ਵੱਲੋਂ ਉੱਥੇ ਮਿਸ ਐਪਰੋਪ੍ਰੀਏਸ਼ਨ ਜਿਹੜੀ ਆ ਉਹ ਪਾਈ ਗਈ ਆ। ਉਹਦੇ ਬੇਸਿਸ 'ਤੇ ਜਿਹੜੀ ਰਿਪੋਰਟ ਦੇ ਬੇਸ 'ਤੇ
ਸਟੇਟ ਹੈਲਥ ਏਜੰਸੀ ਨੇ ਉਹਨਾਂ ਨੂੰ ਡੀ ਰੈਕੋਗਨਾਈਜ਼ ਕਰਤਾ ਹੈ। ਡਾਕਟਰ ਸਾਹਿਬ ਦੇਖੋ ਨਾ ਜੀ ਕਿੱਡਾ ਵੱਡਾ ਅਪਰਾਧ ਹੈ। ਮਾਲਕ ਹਸਪੀਟਲ ਮਨੂ ਅਰੋੜਾ ਉਹਨੇ ਆਪਣੀ ਵਾਈਫ ਦਾ ਹੀ ਜਾਲੀ ਕਾਰਡ ਬਣਾ ਕੇ, ਕਿਤੇ ਇਹਦੀ ਜਾਂਚ ਨਹੀਂ ਹੋਣੀ ਚਾਹੀਦੀ? ਆਖਿਰਕਾਰ ਜਾਲੀ ਕਾਰਡ ਬਣਿਆ ਕਿਸ ਤਰ੍ਹਾਂ ਉਹਦਾ? ਨਹੀਂ, ਬਿਲਕੁਲ ਇਹ ਮਗਰ ਦੇਸ਼ਵਾਸ ਦਾ ਫਰਸਟ ਸਟੈਪ ਟੇਕਨ ਬਾਈ ਸਟੇਟ ਹੈਲਥ ਏਜੰਸੀ ਕਿ ਉਹਨੂੰ ਇਮੀਡੀਏਟਲੀ ਜਿਹੜਾ ਡੀ ਰੈਕੋਗਨਾਈਜ਼ ਕੀਤਾ ਗਿਆ। ਫਰਦਰ ਉਹਦਾ ਜਿਹੜਾ ਉਹ ਸਾਰਾ ਮਸਲਾ ਜਿਹੜਾ ਹੈਗਾ ਉਹ ਆਲਰੇਡੀ ਇਨ ਪ੍ਰੋਸੈਸ ਹੈਗਾ ਕਿ ਉਹਨੇ ਕਿੰਨਾ ਕਿਸੇ ਨੇ ਜਿਹੜੀ ਹੈ ਉਹਦਾ ਫੰਡ ਦਾ ਕਿੰਨੀ ਉਹਦੀ ਅਮਾਊਂਟ ਹੈਗੀ ਜਿਹੜਾ ਮਿਸ ਯੂਟੀਲਾਈਜ਼ ਕੀਤਾ ਗਿਆ ਉਹਨੂੰ, ਜਾਂ ਜਿਹੜੇ ਉਹਨੇ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਜਿਹੜਾ ਅੰਜਾਮ ਦਿੱਤਾ, ਤੇ ਉਹਦੇ ਬੇਸਿਸ ਤੇ ਜਿਹੜੀ ਫਰਦਰ ਹੈ ਉਹ ਜੋ ਬਣਦੀ ਕਾਰਵਾਈ ਉਹ ਕੀਤੀ ਜਾਏਗੀ। ਡਾਕਟਰ ਸਾਹਿਬ ਇਹ ਤਾਂ ਸਰਾਸਰ ਧੋਖਾਧੜੀ ਹੈ। ਗਲਤ ਜਾਲੀ ਕਾਰਡ ਬਣਾਉਣਾ ਪਹਿਲੇ ਤੇ ਉਹ ਧੋਖਾਧੜੀ ਹੈ, ਫਿਰ ਦੂਸਰੀ ਧੋਖਾਧੜੀ ਉਹ ਹੈ ਵੀ ਆਪਣੀ ਵੋਟੀ ਨੂੰ ਉੱਥੇ ਦਾਖਲ ਕਰਨਾ। ਇਹਦੇ ਤੇ ਜਿੰਨਾ ਚਿਰ ਜਾਂ ਤੁਹਾਡੇ ਕੋਲ ਜਾਂ ਦੋ ਗੱਲਾਂ ਸੇ, ਜਾਂ ਤੇ ਲੱਗਦਾ ਵੀ ਤੁਹਾਡੇ ਕੋਲ ਪਾਵਰ ਕੋਈ ਨਹੀਂ ਐਜ਼ ਅ ਸਿਵਲ ਸਰਜਨ, ਤੇ ਜਾਂ ਉੱਪਰੋਂ ਜਿਹੜੇ ਲੋਕ ਹੈ ਕੁਛ ਉਹਨਾਂ ਨੂੰ ਬਚਾਉਣਾ ਚਾਹ ਰਹੇ ਹੈ। ਨਹੀਂ, ਇਹਦੇ ਵਿੱਚ ਦੇਖੋ ਬਿਲਕੁਲ ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਵੀ ਜੋ ਗੈਰ ਕਾਨੂੰਨੀ ਕੰਮ ਕਰੇਗਾ, ਜਿਹੜੀਆਂ ਸਰਕਾਰੀ ਸਹੂਲਤਾਂ ਨੂੰ ਮਿਸ ਐਪਰੋਪ੍ਰੀਏਸ਼ਨ ਕਰੇਗਾ, ਉਹਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਗਵਰਨਮੈਂਟ ਵੱਲੋਂ ਉਹਨੂੰ ਕੋਈ ਰਿਲੈਕਸੇਸ਼ਨ ਨਹੀਂ ਦਿੱਤੀ ਜਾਊਗੀ। ਤੇ ਬਿਲਕੁਲ ਕਿਉਂਕਿ ਸਾਡੇ ਨੋਟਿਸ ਜਿਹੜੀ ਆ ਉਹ ਮੈਂ ਤੁਹਾਨੂੰ ਦੱਸਣਾ ਕਿ 15 ਦਸੰਬਰ ਤੋਂ ਬਾਅਦ ਹੀ ਇਹ ਹੋਇਆ ਕਿ ਉਹ ਡੇ ਰੈਕੋਗਨਾਈਜੇਸ਼ਨ ਹੋਈ ਆ, ਤੇ ਉਹਦੇ ਲਈ ਅਸੀਂ ਜਿਹੜੀ ਹੈਗੀ ਆ ਉਹ ਬਾਕੀ ਸਾਰੇ ਜਿਹੜੇ ਹੁਣ 87 ਪ੍ਰਾਈਵੇਟ ਹਸਪੀਟਲ ਨੇ, ਇਹ ਸਾਰਿਆਂ ਨੂੰ ਇਨਕਲੂਸਿਵਲੀ ਅਸੀਂ ਜਿਹੜਾ ਹੈਗਾ ਉਹ ਰਿਕਾਰਡ ਜਿਹੜਾ ਹੈਗਾ ਉਹਦੀ ਚੈਕਿੰਗ ਕੀਤੀ ਜਾਏਗੀ, ਐਂਡ ਜੋ ਬਣਦਾ ਐਕਸ਼ਨ ਹੈਗਾ ਉਹ ਜਿਸ ਲੈਵਲ ਦਾ ਮਰਜ਼ੀ ਐਕਸ਼ਨ ਹੋਵੇ ਉਹ ਕੀਤਾ ਜਾਏਗਾ। ਡਾਕਟਰ ਸਾਹਿਬ ਉਹ ਤੇ ਜਿਨ੍ਹਾਂ ਦੀ ਇਨਕੁਆਇਰੀ ਜਦੋਂ ਹੋਏਗੀ, ਜਿਹੜੇ 4 ਸਾਹਮਣੇ ਆ ਗਏ ਨੇ, ਜਿਵੇਂ ਇੱਕ ਦਾ ਆਪਣੀ ਪਤਨੀ ਨੂੰ ਦਾਖਲ ਕਰ ਲੈਂਦਾ, ਦੂਸਰਾ ਪੇਸ਼ੈਂਟ ਦੀ ਡੈਥ ਹੋ ਜਾਂਦੀ ਹੈ, ਫਾਈਲ ਬਣੀ ਜਾਂਦੀ ਹੈ, ਪੈਸੇ ਬਣੀ ਜਾਂਦੇ ਨੇ, ਤੀਸਰਾ ਡਾਕਟਰ ਉੱਥੇ ਉਹ ਹੈ ਨਹੀਂ, ਉਹਦੇ ਨਾਮ ਤੇ ਗਲਤ ਆਪਰੇਸ਼ਨ ਇੱਕ ਬੰਦਾ ਕਰਨ ਵਾਲਾ ਹੋਰ ਹੈ ਕੋਈ ਡਾਕਟਰ, ਇੱਕ ਚੌਥਾ ਹੈ ਮਰੀਜ਼ ਘਰ ਬੈਠਾ ਹੈ ਤੇ ਉਹਦੇ ਪੈਸੇ ਪਾਏ ਜਾ ਰਹੇ। ਇਹ ਚਾਰਾਂ ਦਾ ਕ੍ਰਾਈਮ ਜਿਹੜਾ ਹੈ ਇਹ ਕਿਆ ਮਾਫੀ ਦੇ ਕਾਬਿਲ ਹੈ, ਜਾਂ ਕੋਈ ਆਪਾਂ ਡਿਪਾਰਟਮੈਂਟ ਐਜ਼ ਅ ਸਿਵਲ ਸਰਜਨ ਇਹਨਾਂ ਤੇ ਕੋਈ ਐਕਸ਼ਨ ਵੀ ਲਵਾਂਗੇ? ਬਿਲਕੁਲ ਉਹਨਾਂ ਦਾ ਜਿਹੜਾ ਡਿਟੇਲ ਜਿਹੜਾ ਇਹਨਾਂ ਦਾ ਰਿਕਾਰਡ ਹੈਗਾ ਉਹ ਕੱਲ ਮੰਗਵਾਇਆ ਗਿਆ ਹੈ, ਉਹ ਸਾਰਾ ਰਿਕਾਰਡ ਜਾਂਚਣ ਤੋਂ ਉਪਰੰਤ ਜੋ ਬਣਦੀ ਕਾਰਵਾਈ ਉਹ ਕੀਤੀ ਜਾਏਗੀ। ਤੇ ਡਾਕਟਰ ਸਾਹਿਬ ਇਹਨਾਂ ਤੇ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਵੀ ਕੀਤੀ ਜਾਏਗੀ ਤੁਹਾਡੇ ਵੱਲੋਂ? ਨਹੀਂ, ਮੈਂ ਦੇਖਿਆ ਵੀ ਜੋ ਰਿਕਾਰਡ ਵਾਚਣ ਉਪਰੰਤ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਣ ਦੀ ਸਿਫਾਰਿਸ਼ ਕੀਤੀ ਜਾਵੇਗੀ। ਇਹ ਤਾਂ ਡਾਕਟਰ ਸਾਹਿਬ ਤੁਹਾਡਾ ਬੜਾ ਡਿਪਲੋਮੈਟਿਕ ਆਨਸਰ ਹੈ। ਮੇਰਾ ਸਿੰਪਲ ਕੁਐਸਚਨ ਹੈ, ਜੇ ਇਹ ਕਲਪ੍ਰਿਟ ਪਾਏ ਜਾਂਦੇ ਕਿ ਤੁਹਾਡੇ ਵੱਲੋਂ ਸਿਫਾਰਿਸ਼ ਕੀਤੀ ਜਾਏਗੀ ਇਹਨਾਂ ਦੇ ਉੱਪਰ 420 ਦਾ ਮਾਮਲਾ ਦਰਜ ਕੀਤਾ ਜਾਏ, ਨਾਲੇ ਜਿੰਨੇ ਪੈਸੇ ਇਹਨਾਂ ਨੇ ਲਏ ਇਹਨਾਂ ਕੋਲ ਪੈਸੇ ਦੀ ਭਰਪਾਈ ਕੀਤੀ ਜਾਏ? ਨਹੀਂ, ਮੈਂ ਤਾਂ ਭਰਾ ਸਾਹਿਬ ਮੈਂ ਜੋ ਗੱਲ ਕੀਤੀ ਆ ਕਿ ਉਹਨਾਂ ਦਾ ਰਿਕਾਰਡ ਅਸੀਂ ਕੱਲ ਸਵੇਰੇ ਮੰਗਾਇਆ ਸਾਰੇ ਹਸਪੀਟਲ ਦਾ, ਉਹ ਰਿਕਾਰਡ ਦੇਖਿਆ ਜਾਏਗਾ, ਐਂਡ ਰਿਕਾਰਡ ਦੇਖਣ ਤੇ ਉਪਰੰਤ ਜਿਹੜੇ ਹਸਪੀਟਲ ਦਾ ਜੋ ਅਫੈਂਸ ਹੋਏਗਾ ਉਹਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਏਗੀ। ਤੇ ਡਾਕਟਰ ਸਾਹਿਬ ਕੀ ਜਿਹੜੇ ਬਾਕੀ ਤੁਸੀਂ ਕਿਹਾ ਵੀ ਸੀ ਉਹਨਾਂ ਦੀ ਵੀ ਚੈਕਿੰਗ ਕਰਾਵਾਂਗੇ, ਉਹਦੇ ਲਈ ਕੋਈ ਟੀਮਾਂ ਡਿਪਿਊਟ ਕੀਤੀਆਂ? ਹਾਂ, ਨਹੀਂ ਉਹ ਪਹਿਲਾਂ ਅਸੀਂ ਸਾਰਾ ਡਾਕੂਮੈਂਟ ਸਕੂਟਨਾਈਜ਼ੇਸ਼ਨ ਕਰ ਲੱਗੇ, ਕਿਹੜੇ ਬੰਦੇ ਨੇ ਕਦੋਂ ਲਈ ਹੈ, ਕੀ ਉਹਦਾ ਵੈਰੀਫਿਕੇਸ਼ਨ ਸੀਗਾ, ਤੇ ਉਹਨੂੰ ਬਕਾਇਦਾ ਜਿਹੜਾ ਉਹਨਾਂ ਰਿਕਾਰਡ ਜਾਂਚ ਕੇ ਜੇ ਸਕੂਟਨਿੰਗ ਕਰਾਂਗੇ ਤੇ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਏਗੀ। ਸਰ ਦੇਖਣ 'ਚ ਆਇਆ ਵੀ ਇਹ ਸਕੂਟਨਾਈਜ਼ ਮਾਮਲਾ ਫਸਿਆ ਰਹਿੰਦਾ ਹੈ। ਜੀਵਨ ਜੋਤ ਹਸਪੀਟਲ ਇੱਕ ਬੜੀ ਵੱਡੀ ਐਗਜ਼ਾਮਪਲ ਹੈ। 1 ਸਾਲ ਤੁਹਾਡੇ ਵੀ ਜਾਣਕਾਰੀ ਹੈ ਵੀ ਉੱਥੇ ਕੋਈ ਡਾਕਟਰ ਨਹੀਂ ਹੈ, ਰਿਪੋਰਟ ਜਾਂਦੀ ਹੈ, ਪਹਿਲੇ ECHS ਕੈਂਸਲ ਹੁੰਦੀ ਹੈ, ਫਿਰ ECHS ਬਹਾਲ ਹੋ ਜਾਂਦੀ, ਸਾਰੇ ਪੈਸੇ ਉਹਨੂੰ ਮਿਲ ਜਾਂਦੇ ਨੇ, ਹੁਣ ਸਭ ਲੋਕ ਉਹਨੂੰ ਬਚਾਉਣ ਨੂੰ ਲੱਗੇ ਹੋਏ ਹੈ, ਕੋਈ ਤੇ ਕਾਰਵਾਈ ਤਾਂ ਕੋਈ ਹਜੇ ਤੱਕ ਹੋਈ ਨਹੀਂ। ਇਹ ਦੇਖੋ ਮੇਰੇ ਉਹ ਨੋਟਿਸ ਨਹੀਂ, ਉਹ ਮੇਰੇ ਆਉਣ ਤੋਂ ਪਹਿਲਾਂ ਨਹੀਂ ਗੱਲਾਂ, ਪਰ ਮੈਂ ਇਹ ਯਕੀਨ ਦਿਵਾਉਣਾ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਕਿ ਜਿੱਥੇ ਵੀ ਕੋਈ ਬੰਦਾ ਹਸਪੀਟਲ ਗਲਤੀ ਕਰੇਗਾ, ਸਰਕਾਰ ਦੀਆਂ ਸਕੀਮਾਂ ਦਾ ਫੰਡ ਦਾ ਮਿਸਯੂਜ਼ ਕਰੇਗਾ, ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ। ਤੇ ਡਾਕਟਰ ਸਾਹਿਬ ਤੁਸੀਂ DC ਸਾਹਿਬ ਦੇ ਵੀ ਨੋਟਿਸ 'ਚ ਲਿਆਂਦੀ ਹੈ ਸਾਰੀ ਗੱਲ ਜੋ ਵੀ ਹੋਇਆ ਮਾਮਲਾ? ਨਹੀਂ, DC ਸਾਹਿਬ ਦੇ ਨੋਟਿਸ ਹੈਗਾ, ਇਹ ਸਾਰਾ ਮਸਲਾ ਜਿਹੜਾ ਹੈਗਾ ਉਹ ਡਿਸਟ੍ਰਿਕਟ ਦੇ ਹੈੱਡ ਨੇ, ਉਹਨਾਂ ਦੇ ਸਾਰੀਆਂ ਧਿਆਨ 'ਚ ਹੁੰਦਾ ਵਾ, ਤੇ ਜਿੱਥੇ ਲੋੜ ਪਏਗੀ ਉਹ ਮਾਨਯੋਗ ਡਿਪਟੀ ਕਮਿਸ਼ਨਰ ਜੀ ਨਾਲ ਵੀ ਸਾਰੀ ਗੱਲ ਕੀਤੀ ਜਾਵੇਗੀ। ਕੱਲ੍ਹ ਇੱਕ DC ਸਾਹਿਬ ਨਾਲ ਤੁਹਾਡੀ ਮੀਟਿੰਗ ਹੈ ਜੀ, ਉੱਥੇ ਵੀ ਤੁਸੀਂ ਇਹ ਮਾਮਲਾ ਡਿਸਕਸ ਕਰੋਗੇ ਵੀ ਇਸ ਤਰ੍ਹਾਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਣੀ ਚਾਹੀਦੀ ਹੈ? ਹਾਂ, ਉਹ DGRC ਦੀ ਮੀਟਿੰਗ ਇੱਕ ਰੈਗੂਲਰ ਫੀਚਰ ਹੈਗਾ, ਉਹ ਸਾਡੀ ਕੱਲ੍ਹ ਜਿਹੜੀ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਪ੍ਰਧਾਨਗੀ ਦੀ ਮੀਟਿੰਗ ਹੋਏਗੀ, ਉਹਦੇ ਜਿਹੜੇ ਹੈਗੇ ਸਾਰੇ ਜਿਹੜੇ ਮਸਲੇ ਹੈਗੇ ਉਹ ਵਿਚਾਰੇ जाएंगे। धन्यवाद हमारे साथ बात करने के लिए। ये थे सिविल सर्जन डॉक्टर चरणजीत सिंह, जिन्होंने कहा कि जो बंदा गलत उपयोग करेगा सरकारी स्कीमों का उसके खिलाफ कार्रवाई की जाएगी। अब कार्रवाई होगी या नहीं ये तो आने वाला समय ही बताएगा, क्योंकि अक्सर ये देखा गया है कि जो कल्प्रिट होते हैं उन पर कार्रवाई करने की बजाय उन्हें तंत्र बचाने में लग जाता है। यदि ऐसा ना होता तो आज तक जो जीवन ज्योत अस्पताल के जो लोग थे, बिना डॉक्टर ही उनके पास नहीं था, मरीजों का इलाज हो रहा था, वो भी आज सलाखों के पीछे होते और उनके हौसले बुलंद ना होते और दूसरों को भी उनसे एक संकेत मिलता अगर हमको गलत काम करेंगे तो हमारे खिलाफ सख्त कार्रवाई होगी। कहीं ना कहीं लचीला रवैया ही ये भ्रष्टाचार को बढ़ावा दे रहा है। अमृतसर से D4U न्यूज़ के लिए दीपक भंडारी की खास रिपोर्ट।